ਹੈਲੋ एवरीवन ਪਿਆਰੇ ਬੱਚਿਓ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਅੱਜ ਦੇ ਵਿਗਿਆਨਕ ਸਫ਼ਰ ਦੇ ਵਿੱਚ ਅਸੀਂ ਜੋ ਡਿਸਕਸ ਕਰਨ ਜਾ ਰਹੇ ਹਾਂ ਉਹ ਹੈ ਮੋਸ਼ਨ ਬਾਰੇ। ਮੋਸ਼ਨ ਜਿਹਨੂੰ ਆਪਾਂ ਪੰਜਾਬੀ ਵਿੱਚ ਕੀ ਕਹਿੰਦੇ ਆ, ਗਤੀ। ਤਾਂ ਮੈਨੂੰ ਇਹ ਲੱਗਦਾ ਹੈ ਕਿ ਤੁਹਾਨੂੰ ਮੋਸ਼ਨ ਵੀ ਸਾਰਿਆਂ ਨੂੰ ਪਤਾ ਹੋਏਗਾ, ਹਨਾ। ਮੋਸ਼ਨ ਮੈਨੇ ਗਤੀ ਹੁੰਦਾ। ਤਾਂ ਮੋਸ਼ਨ ਕੀ ਹੈ ਤੁਹਾਡੇ ਹਿਸਾਬ ਨਾਲ? ਗਤੀ ਕੀ ਹੈ? ਕਿੰਨੀਆਂ ਕੁ ਵਸਤੂਆਂ ਤੁਸੀਂ ਉਦਾਹਰਨਾਂ ਦੇ ਸਕਦੇ ਹੋ ਜਿਹੜੀਆਂ ਗਤੀ ਕਰਦੀਆਂ ਨੇ? ਜਿਵੇਂ ਮੈਂ ਤੁਹਾਡੇ ਕੋਲ ਪੁੱਛਦਾ ਕਿ ਜਿਹੜੇ ਪੰਛੀ ਨੇ ਜਦੋਂ ਉੱਡ ਰਹੇ ਹੁੰਦੇ ਨੇ ਤਾਂ ਉਹ ਕੀ ਕਰ ਰਹੇ ਹੁੰਦੇ ਨੇ? ਉਹ ਮੋਸ਼ਨ ਕਰ ਰਹੇ ਹੁੰਦੇ ਨੇ, ਹਨਾ। ਜਿਵੇਂ ਤੁਸੀਂ ਜਦੋਂ ਪੜ੍ਹਨ ਆਏ ਹੋ, ਕਲਾਸਿਸ ਦੇ ਵਿੱਚ ਆਪਦੇ ਜਾਂਦੇ ਹੋ, ਤਾਂ ਤੁਸੀਂ ਤੁਰਦੇ ਹੋ ਤਾਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਮੋਸ਼ਨ ਕਰ ਰਹੇ ਹੋ। ਜਹਾਜ਼ ਦਾ ਉੱਡਣਾ ਹੋ ਗਿਆ, ਉਹ ਵੀ ਮੋਸ਼ਨ ਹੋ ਗਿਆ। ਇਸ ਤੋਂ ਇਲਾਵਾ ਧਰਤੀ ਦਾ ਸੂਰਜ ਦੁਆਲੇ ਘੁੰਮਣਾ, ਚੰਦਰਮਾ ਦਾ ਧਰਤੀ ਦੁਆਲੇ ਘੁੰਮਣਾ, ਬਹੁਤ ਸਾਰੇ ਮੋਸ਼ਨ ਇਨਵੋਲਵ ਨੇ। ਈਵਨ ਜਦ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਜੇ ਤੁਹਾਨੂੰ ਗੱਲ ਸਮਝ ਆ ਰਹੀ ਤਾਂ ਤੁਸੀਂ ਇਦਾਂ ਕਰਦੇ ਹੋ, ਹਨਾ। ਤਾਂ ਤੁਹਾਡੀ ਜਿਹੜੀ ਇਹ ਗਰਦਨ ਇਹ ਵੀ ਮੋਸ਼ਨ ਕਰਦੀ ਹੈ। ਜਦੋਂ ਤੁਹਾਡੇ ਕੋਲ ਕੋਈ ਲੰਘ ਕੇ ਇੱਕ ਸਾਈਡ ਤੋਂ ਦੂਜੀ ਸਾਈਡ ਤੇ ਚਲਾ ਜਾਂਦਾ ਹੈ ਤਾਂ ਤੁਸੀਂ ਕਿਵੇਂ ਕਰਦੇ ਹੋ? ਐ ਕਰਕੇ। ਇਹਨਾਂ ਮਤਲਬ ਇਹ ਕਿ ਉਹ ਵਸਤੂ ਕੀ ਕਰ ਰਹੀ ਹੈ? ਤੁਹਾਡੇ ਹਿਸਾਬ ਨਾਲ ਮੋਸ਼ਨ ਕਰ ਰਹੀ ਹੈ, ਹਨਾ। ਤੁਹਾਡੇ ਨੇੜੇ ਕੋਈ ਆਉਂਦਾ ਹੈ ਤਾਂ ਜਦੋਂ ਨੇੜੇ ਆ ਰਿਹਾ ਹੁੰਦਾ ਫਿਰ ਤੁਸੀਂ ਆਪਦੀ ਗਰਦਨ ਨੂੰ ਤਾਂ ਨਹੀਂ ਘੁਮਾਉਂਦੇ, ਪਰ ਤੁਹਾਨੂੰ ਹੌਲੀ ਹੌਲੀ ਵੱਡਾ ਆਉਂਦਾ ਲੱਗਦਾ। ਜਿਵੇਂ ਜਿਵੇਂ ਤੁਹਾਡੇ ਨੇੜੇ ਆਉਂਦਾ ਉਹ ਵੱਡਾ ਹੁੰਦਾ ਜਾਂਦਾ। ਸੋ ਬਹੁਤ ਤਰੀਕਿਆਂ ਨਾਲ ਆਪਾਂ ਮੋਸ਼ਨ ਨੂੰ ਸਮਝਦੇ ਹਾਂ, ਹਨਾ। ਤਾਂ ਤੁਸੀਂ ਸਲਾਈਡ ਵਿੱਚ ਦੇਖ ਰਹੇ ਹੋ ਕਿ ਕੁਝ ਚੀਜ਼ਾਂ ਜਿਹੜੀਆਂ ਉਹ ਮੋਸ਼ਨ ਕਰਦੀਆਂ ਦਿਖਾਈਆਂ ਹੋਈਆਂ ਤੁਹਾਨੂੰ, ਰਾਈਟ। ਇਸ ਤੋਂ ਬਾਅਦ ਅਗਲੀ ਗੱਲ ਆਉਂਦੀ ਹੈ ਬੇਟਾ ਕਿ ਰੈਸਟ ਕੀ ਹੈ? ਰੈਸਟ ਦਾ ਮਤਲਬ ਵਿਰਾਮ ਅਵਸਥਾ, ਮਨੇ ਰੁਕੇ ਹੋਣਾ। ਤਾਂ ਰੈਸਟ ਕੀ ਹੈ ਭਲਾ ਤੁਹਾਡੇ ਹਿਸਾਬ ਨਾਲ? ਤੁਸੀਂ ਹੁਣ ਸਾਰੇ ਜਣੇ ਬੈਠੇ ਹੋ ਕਲਾਸ ਦੇ ਵਿੱਚ, ਤਾਂ ਤੁਸੀਂ ਕੀ ਹੋ, ਰੈਸਟ 'ਚ ਹੋ ਕਿ ਮੋਸ਼ਨ 'ਚ ਹੋ? ਰੈਸਟ ਮੈਨੇ ਵਿਰਾਮ ਅਵਸਥਾ, ਹਨਾ। ਤਾਂ ਤੁਸੀਂ ਸਾਰੇ ਜਣੇ ਕਹੋਗੇ ਕਿ ਅਸੀਂ ਰੈਸਟ ਤੇ ਆ। ਇਦਾਂ ਹੀ ਹੁਣ ਜਿਹੜੇ ਤੁਹਾਡੇ ਸਕੂਲ ਦੇ ਵਿੱਚ ਦਰਖਤ ਲੱਗੇ ਹੋਣਗੇ, ਪੇੜ, ਟਰੀਜ਼, ਉਹ ਕੀ ਹੁੰਦੇ ਨੇ? ਰੈਸਟ ਤੇ। ਜਦੋਂ ਤੁਸੀਂ ਸੋ ਰਹੇ ਹੁੰਦੇ ਹੋ ਤਾਂ ਉਹਨੂੰ ਵੀ ਤੁਸੀਂ ਕਹੋਗੇ ਵੀ ਅਸੀਂ ਕੀ ਆ? ਰੈਸਟ ਤੇ ਆ। ਤੁਹਾਡਾ ਘਰ ਜਿੰਨੇ 'ਚ ਤੁਸੀਂ ਰਹਿੰਦੇ ਹੋ, ਤੁਹਾਡਾ ਸਕੂਲ, ਇਹਨਾਂ ਨੂੰ ਕੀ ਕਹੋਗੇ ਵੀ ਇਹ ਮੋਸ਼ਨ 'ਚ ਨੇ ਕਿ ਰੈਸਟ ਤੇ ਨੇ, ਹਨਾ। ਤਾਂ ਤੁਹਾਨੂੰ ਇਹ ਪਤਾ ਹੈ ਕਿ ਰੈਸਟ ਕੀ ਹੁੰਦੀ, ਕਿਹੜੀਆਂ ਚੀਜ਼ਾਂ ਰੈਸਟ 'ਚ ਹੁੰਦੀਆਂ ਨੇ, ਕਿਹੜੀਆਂ ਚੀਜ਼ਾਂ ਮੋਸ਼ਨ 'ਚ ਹੁੰਦੀਆਂ ਨੇ। ਫਿਰ ਜੇ ਆਪਾਂ ਨੂੰ ਪਤਾ ਹੀ ਹੈ ਸਾਰਾ ਕੁਝ, ਫਿਰ ਪੜ੍ਹਾਇਆ ਕਾਹਤੋਂ ਜਾ ਰਿਹਾ? ਤਾਂ ਹੁਣ ਜਿਹੜੀ ਆਪਣੀ ਅਗਲੀ ਡਿਸਕਸ਼ਨ ਹੋਏਗੀ ਉਹ ਧਿਆਨ 'ਚ ਰੱਖਣਾ ਕਿ ਬੜੀ ਇੰਪੋਰਟੈਂਟ ਹੈ। ਜਿਹੜਾ ਤੁਸੀਂ ਰੈਸਟ ਤੇ ਮੋਸ਼ਨ ਨੂੰ ਸਮਝਦੇ ਹੋ ਉਹਨੂੰ ਹੋਰ ਵਧੀਆ ਸਮਝ ਪਾਓਗੇ, ਬਸ ਨਾਲ ਜੁੜ ਕੇ ਆਪਾਂ ਇੱਕ ਦੂਜੇ ਦੇ ਰਹਿਣਾ। ਤਾਂ ਤੁਸੀਂ ਸਲਾਈਡ ਵਿੱਚ ਦੇਖੋ, ਤੁਹਾਨੂੰ ਦਿਖ ਰਿਹਾ ਹੋਣਾ ਹੈ ਕਿ ਇੱਕ ਟ੍ਰੇਨ ਦਾ ਇੱਕ ਡੱਬਾ ਹੈ। ਉਸ ਟ੍ਰੇਨ ਦੇ ਡੱਬੇ ਵਿੱਚ ਜਿਹੜੇ ਨੇ ਯਾਤਰੀ ਬੈਠੇ ਨੇ, ਐਂਡ ਤੁਸੀਂ ਸਾਰਿਆਂ ਨੇ ਇਹ ਇਮੇਜਿਨ ਕਰਨਾ ਹੈ ਕਿ ਜਿਹੜਾ ਬੰਦਾ ਫੋਟੋ ਕਰ ਰਿਹਾ ਹੈ ਨਾ, ਜਿਹੜਾ ਇਹ ਫੋਟੋ ਕਰ ਰਿਹਾ ਉਹ ਤੁਸੀਂ ਹੋਈ ਹੋ। ਤੁਸੀਂ ਹੀ ਟ੍ਰੇਨ ਦੇ ਡੱਬੇ ਵਿੱਚ ਹੋ ਤੇ ਇਹਨਾਂ ਦੀ ਫੋਟੋ ਕਰ ਰਹੇ ਹੋ। ਹੁਣ ਮੈਨੂੰ ਦੱਸੋ ਕਿ ਜਾਂ ਤੁਸੀਂ ਇਹਨਾਂ ਨੂੰ ਦੇਖ ਰਹੇ ਹੋ, ਇਦਾਂ ਕਹਿ ਲਓ, ਤੁਹਾਨੂੰ ਇਹ ਸਾਰੇ ਜਣੇ ਕੀ ਲੱਗ ਰਹੇ ਨੇ? ਇਹ ਰੈਸਟ ਤੇ ਨੇ? ਅੱਛਾ, ਟ੍ਰੇਨ ਚੱਲ ਰਹੀ ਹੈ, ਮੈਂ ਤੁਹਾਨੂੰ ਦੱਸ ਰਿਹਾ, ਤੁਸੀਂ ਟ੍ਰੇਨ ਦੇ ਅੰਦਰ ਹੋ। ਤਾਂ ਇਹ ਦੱਸੋ ਕਿ ਇਹ ਤੁਹਾਨੂੰ ਰੈਸਟ ਤੇ ਲੱਗਣਗੇ ਜਾਂ ਮੋਸ਼ਨ 'ਚ ਨੇ? ਕਿੰਨੇ ਬੱਚਿਆਂ ਨੂੰ ਲੱਗਦਾ ਹੈ ਕਿ ਰੈਸਟ ਤੇ ਨੇ ਇਹ? ਜਿੰਨੇ ਵੀ ਲੋਕ ਤੁਹਾਨੂੰ ਦਿਖ ਰਹੇ ਨੇ, ਹੱਥ ਖੜੇ ਕਰੋ। ਅੱਛਾ, ਤੇ ਕਿੰਨਿਆਂ ਨੂੰ ਲੱਗਦਾ ਹੈ ਕਿ ਇਹ ਮੋਸ਼ਨ 'ਚ ਨੇ? ਤਾਂ ਤੁਸੀਂ ਨੋਟ ਕੀਤਾ ਹੋਣਾ ਹੈ ਕਿ ਤੁਹਾਡੀ ਹੀ ਕਲਾਸ ਦੇ ਵਿੱਚ ਕੁਝ ਬੱਚਿਆਂ ਨੂੰ ਇਹ ਪੈਸੇਂਜਰ ਜਿਹੜੇ ਨੇ ਰੈਸਟ ਤੇ ਲੱਗ ਰਹੇ ਨੇ, ਕਈਆਂ ਨੂੰ ਇਹ ਕੀ ਲੱਗ ਰਹੇ ਨੇ? ਮੋਸ਼ਨ 'ਚ ਲੱਗ ਰਹੇ ਨੇ। ਅਜਿਹਾ ਕਿਉਂ? ਇਹਦਾ ਮਤਲਬ ਇਹ ਹੈ ਕਿ ਰੈਸਟ ਤੇ ਮੋਸ਼ਨ ਨੂੰ ਸਮਝਣਾ ਜਿਹੜਾ ਉਹ ਬੜਾ ਟ੍ਰਿਕੀ ਹੈ। ਮੈਂ ਅਗਲੀ ਗੱਲ ਕਰਦਾ। ਤੁਹਾਨੂੰ ਮੈਂ ਪੁੱਛਿਆ ਸੀ ਜਿਹੜੇ ਦਰਖਤ ਹੁੰਦੇ ਨੇ ਉਹ ਕੀ ਹੁੰਦੇ ਨੇ? ਰੈਸਟ ਤੇ ਹੁੰਦੇ ਨੇ ਜਾਂ ਮੋਸ਼ਨ 'ਚ ਹੁੰਦੇ ਨੇ? ਦਰਖਤ, ਟਰੀਜ਼ ਰੈਸਟ ਤੇ ਨਾ। ਆ ਤੁਸੀਂ ਹੁਣ ਵੀਡੀਓ ਦੇਖਣਾ, ਦੇਖਦੇ ਨੇ ਕੀ ਕਰ ਰਹੇ ਨੇ? ਰੈਸਟ ਤੇ ਨੇ। ਟ੍ਰੇਨ ਅੱਗੇ ਜਾ ਰਹੀ ਹੈ, ਜਿਹੜੇ ਟਰੀਜ਼ ਨੂੰ ਕਿੱਥੇ ਜਾਂਦੇ ਲੱਗ ਰਹੇ ਨੇ? ਟ੍ਰੇਨ ਤੋਂ ਸਾਨੂੰ ਹਮੇਸ਼ਾ ਟਰੀਜ਼ ਪਿੱਛੇ ਜਾਂਦੇ ਲੱਗਦੇ ਨੇ, ਆਪਾਂ ਕਹਾਂਗੇ ਉਹ ਪਿੱਛੇ ਜਾ ਰਹੇ ਨੇ, ਮੋਸ਼ਨ ਕਰ ਰਹੇ ਨੇ। Isn't it? ਅਗਲੀ ਗੱਲ ਤੁਸੀਂ ਦੇਖ ਪਾ ਰਹੇ ਹੋ ਕਿ ਵੀ ਹੁਣ ਉਸੇ ਟ੍ਰੇਨ ਨੂੰ ਕੋਈ ਬੰਦਾ ਬਾਹਰੋਂ ਖੜ ਕੇ ਦੇਖ ਰਿਹਾ ਹੈ, ਠੀਕ ਹੈ। ਕਿਉਂਕਿ ਹੁਣ ਆਪਾਂ ਟ੍ਰੇਨ ਤੋਂ ਬਾਹਰ ਆ ਗਏ ਹਾਂ, ਕੈਮਰਾ ਆਪਣੇ ਹੱਥ ਵਿੱਚ ਹੈ, ਆਪਾਂ ਟ੍ਰੇਨ ਨੂੰ ਦੇਖ ਰਹੇ ਹਾਂ। ਤਾਂ ਟ੍ਰੇਨ ਕੀ ਕਰ ਰਹੀ ਹੈ? ਮੋਸ਼ਨ ਕਰ ਰਹੀ ਹੈ। ਉਹਦੇ ਵਿੱਚ ਹੀ ਇਹ ਬੰਦੇ ਬੈਠੇ ਨੇ। ਇਹ ਬੰਦੇ ਆਪਾਂ ਨੂੰ ਕੀ ਲੱਗਣਗੇ? ਤਾਂ ਹੁਣ ਤਾਂ ਪੱਕੀ ਗੱਲ ਹੈ ਕਿ ਮੋਸ਼ਨ 'ਚ ਲੱਗਣਗੇ। ਸੋ ਪੁੱਤਰੋ, ਗੱਲ ਇਹ ਹੈ ਕਿ ਜਿਹੜੀ ਰੈਸਟ ਤੇ ਮੋਸ਼ਨ ਹੈ ਨਾ, ਇਹ ਸਿਚੁਏਸ਼ਨ ਡਿਪੈਂਡੈਂਟ ਨੇ। ਤੁਸੀਂ ਕਿੱਥੇ ਬਹਿ ਕੇ ਕਿਸ ਜਗ੍ਹਾ ਦੇ ਨੂੰ ਦੇਖ ਰਹੇ ਹੋ, ਠੀਕ ਹੈ। ਜਿਵੇਂ ਕਿ ਜੇ ਤਾਂ ਆਪਾਂ ਟ੍ਰੇਨ ਦੇ ਡੱਬੇ ਦੇ ਵਿੱਚ ਸੀਗੇ,
ਰਾਈਟ। ਜਦੋਂ ਤੁਸੀਂ ਟ੍ਰੇਨ ਦੇ ਡੱਬੇ ਦੇ ਵਿੱਚ ਸੀਗੇ ਤੇ ਟ੍ਰੇਨ ਦੇ ਡੱਬੇ ਦੇ ਵਿੱਚ ਜਦੋਂ ਤੁਸੀਂ ਕੈਮਰਾ ਪਕੜਿਆ ਹੋਇਆ ਸੀਗਾ ਜਾਂ ਤੁਸੀਂ ਉਹਨਾਂ ਨੂੰ ਦੇਖ ਰਹੇ ਸੀਗੇ ਤਾਂ ਤੁਹਾਨੂੰ ਉਹ ਰੈਸਟ ਤੇ ਲੱਗ ਰਹੇ ਸੀ, ਇਹ ਬਿਲਕੁਲ ਠੀਕ ਹੈ। ਤੇ ਜਦੋਂ ਤੁਸੀਂ ਬਾਹਰ ਦੇਖਿਆ ਜਿਹੜੇ ਟਰੀਜ਼ ਨੇ ਉਹ ਤੁਹਾਡੀ ਟ੍ਰੇਨ ਦੇ ਵਿਦ ਰਿਸਪੈਕਟ ਟੂ ਮੋਸ਼ਨ 'ਚ ਲੱਗ ਰਹੇ ਨੇ ਕਿਉਂਕਿ ਉਹ ਬੈਕ ਜਾ ਰਹੇ ਨੇ। ਉਹੀ ਟ੍ਰੇਨ ਤੋਂ ਜਦੋਂ ਅਸੀਂ ਬਾਹਰ ਜਾ ਕੇ ਖੜ ਜੰਨੇ ਆ ਤਾਂ ਜਿਹੜੇ ਪੈਸੇਂਜਰ ਨੇ ਤੇ ਜਿਹੜੀ ਟ੍ਰੇਨ ਹੈ ਉਹ ਸਾਨੂੰ ਹੁਣ ਮੋਸ਼ਨ 'ਚ ਲੱਗਣ ਲੱਗ ਪੈਂਦੀ ਹੈ। ਸੋ ਜਿਹੜੇ ਰੈਸਟ ਤੇ ਮੋਸ਼ਨ ਨੇ ਨਾ ਇਹ ਦੋਨੋਂ ਇੱਕ ਦੂਜੇ ਨਾਲ ਪੁੱਤ ਜੁੜੇ ਹੋਏ ਨੇ, ਸਿਚੁਏਸ਼ਨ ਡਿਪੈਂਡੈਂਟ ਨੇ। ਹੁਣ ਜਿਵੇਂ ਮੈਂ ਤੁਹਾਨੂੰ ਇਹ ਪੁੱਛਿਆ ਕਿ ਧਰਤੀ ਜਿਹੜੀ ਉਹ ਕਿਹੜੀ ਅਵਸਥਾ 'ਚ ਹੈ, ਜਿਵੇਂ ਤੁਸੀਂ ਆ ਬੈਠੇ ਹੋ ਕਲਾਸ 'ਚ, ਤੁਸੀਂ ਰੈਸਟ 'ਚ ਹੋ ਕਿ ਵਿਰਾਮ ਅਵਸਥਾ 'ਚ ਹੋ? ਤੁਹਾਨੂੰ ਲੱਗਦਾ ਹੋਊਗਾ ਕਿ ਤੁਸੀਂ ਰੈਸਟ ਤੇ ਹੋ, ਹਨਾ। ਹੁਣ ਤੁਸੀਂ ਇਮੇਜਿਨ ਕਰੋ ਕਿ ਆਪਾਂ ਉੱਡ ਕੇ ਧਰਤੀ ਤੋਂ ਬਾਹਰ ਚਲੇ ਜਾਈਏ। ਤੁਹਾਨੂੰ ਸਾਰਿਆਂ ਨੂੰ ਇਹ ਸਿਖਾਇਆ ਗਿਆ ਕਿ ਧਰਤੀ ਮੋਸ਼ਨ ਕਰਦੀ ਹੈ, ਹਨਾ। ਤੇ ਜੇ ਧਰਤੀ ਮੋਸ਼ਨ ਕਰਦੀ ਹੈ ਇਹਦਾ ਮਤਲਬ ਇਹ ਹੈ ਕਿ ਅਸੀਂ ਸਾਰੇ ਜਣੇ ਧਰਤੀ ਦੇ ਨਾਲ ਗਤੀ ਕਰ ਰਹੇ ਹਾਂ। ਇਹਦਾ ਮਤਲਬ ਅਸੀਂ ਸਾਈਮਲਟੇਨੀਅਸਲੀ ਰੈਸਟ ਤੇ ਵੀ ਹਾਂ, ਅਸੀਂ ਇੱਕ ਦੂਜੇ ਦੇ ਵਿਦ ਰਿਸਪੈਕਟ ਟੂ ਕਲਾਸ 'ਚ ਬੈਠੇ ਰੈਸਟ ਤੇ ਹਾਂ, ਲੇਕਿਨ ਜੇ ਕੋਈ ਸਾਨੂੰ ਧਰਤੀ ਦੇ ਬਾਹਰੋਂ ਜਾ ਕੇ ਦੇਖੇ ਤਾਂ ਆਪਾਂ ਕੀ ਹਾਂ? ਮੋਸ਼ਨ 'ਚ। ਥੋੜਾ ਹੋਰ ਇਹਨੂੰ ਵਧੀਆ ਤਰੀਕੇ ਨਾਲ ਜਾਣਦੇ ਹਾਂ, ਆਓ ਇੱਕ ਐਕਟੀਵਿਟੀ ਕਰਦੇ ਹਾਂ। ਤੁਸੀਂ ਦੇਖ ਰਹੇ ਹੋ ਸਲਾਈਡ ਦੇ ਵਿੱਚ, ਤੁਸੀਂ ਦੇਖੋ ਕਿ ਦੀਵਾਰ ਦੇ ਨਾ ਬਿਲਕੁਲ ਨਾਲ ਛੋਟੇ ਛੋਟੇ ਖਿਡੌਣੇ ਰੱਖੇ ਹੋਏ ਨੇ। ਜਿਹੜੇ ਇਹ ਖਿਡੌਣੇ ਨੇ ਦੀਵਾਰ ਦੇ ਨਾਲ ਰੱਖੇ ਨੇ। ਅੱਗੇ ਦੇਖੋ ਕੀ ਹੈ ਮੇਰੇ ਕੋਲ, ਇਹ ਇੱਕ ਕਾਪੀ ਦਾ ਪੇਜ ਹੈ ਤੇ ਕੈਮਰਾ ਹੱਥ 'ਚ ਪਕੜਿਆ ਹੋਇਆ ਬੇਟਾ, ਰਾਈਟ। ਦੁਬਾਰਾ ਫਿਰ ਨੋਟ ਕਰ ਲਓ, ਦੀਵਾਰ ਤੇ ਕੀ ਬੈਠਾ ਸੀਗਾ? ਦੀਵਾਰ ਤੇ ਕੀ ਰੱਖਿਆ ਹੋਇਆ ਸੀ ਆਪਾਂ? ਛੋਟੇ ਛੋਟੇ ਖਿਡੌਣੇ ਰੱਖੇ ਹੋਏ ਸੀ, ਹਨਾ। ਤੇ ਇੱਕ ਕਾਪੀ ਦਾ ਪੇਜ ਅੱਗੇ ਰੱਖਿਆ ਹੋਇਆ। ਧਿਆਨ ਨਾਲ ਦੇਖਦੇ ਜਾਣਾ ਸਾਰੇ ਜਣੇ, ਬੜਾ ਇੰਟਰਸਟਿੰਗ ਇਹ। ਤਾਂ ਮੈਂ ਕੀ ਕਰਦਾ, ਹੁਣ ਤੁਸੀਂ ਧਿਆਨ ਨਾਲ ਦੇਖ ਰਹੇ ਹੋ, ਤੁਹਾਨੂੰ ਕਾਪੀ ਦਾ ਪੇਜ ਸਭ ਨੂੰ ਦਿਖ ਰਿਹਾ ਹੋਣਾ। ਕੈਮਰਾ ਜਿਹੜਾ ਹੈ ਉਹ ਮੇਰੇ ਹੱਥ ਵਿੱਚ ਹੈ ਬੇਟਾ, ਤੁਹਾਨੂੰ ਹੋਰ ਕੁਝ ਨਹੀਂ ਦਿਖ ਰਿਹਾ। ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਮੈਂ ਕੈਮਰਾ ਮੂਵ ਕਰ ਰਿਹਾ ਕਿ ਜਿਹੜਾ ਕਾਪੀ ਦਾ ਪੇਜ ਹੈ ਉਹ ਮੂਵ ਕਰ ਰਿਹਾ। ਦੁਬਾਰਾ ਫਿਰ ਸੁਣ ਲਓ, ਤੁਹਾਨੂੰ ਹੁਣੇ ਥੋੜੀ ਦੇਰ ਪਿੱਛੋਂ ਮੋਸ਼ਨ ਦਿਖੇਗਾ। ਤੁਸੀਂ ਇਹ ਦੱਸਣਾ ਹੈ ਕਿ ਕਾਪੀ ਦਾ ਪੇਜ ਮੂਵ ਕਰ ਰਿਹਾ ਹੈ ਕਿ ਕੈਮਰਾ ਮੂਵ ਕਰ ਰਿਹਾ ਹੈ। ਸ਼ੁਰੂ ਕਰੀਏ, ਧਿਆਨ ਨਾਲ ਦੇਖੋਗੇ। ਚਲੋ ਚਲੋ ਦੱਸੋ ਕੀ ਮੂਵ ਕਰ ਰਿਹਾ ਹੈ? ਕੈਮਰਾ ਇੱਕ ਤਰਫ ਜਾ ਰਿਹਾ ਹੈ ਕਿ ਕਾਪੀ ਦਾ ਪੇਜ ਇੱਕ ਤਰਫ ਜਾ ਰਿਹਾ ਹੈ? ਕਰੋ ਗੈਸ ਜਲਦੀ ਜਲਦੀ। ਹੁਣ ਤੁਹਾਡੀ ਕਲਾਸ ਚੋਂ ਕਿੰਨਿਆਂ ਨੂੰ ਐ ਲੱਗਦਾ ਹੈ ਕਿ ਕੈਮਰਾ ਮੂਵ ਕਰ ਰਿਹਾ ਹੈ? ਹੱਥ ਖੜੇ ਕਰੋ। ਕਿੰਨੇ ਬੱਚਿਆਂ ਨੂੰ ਇਹ ਲੱਗਦਾ ਹੈ ਕਿ ਕਾਪੀ ਦਾ ਪੇਜ ਮੂਵ ਕਰ ਰਿਹਾ ਹੈ? ਉਹ ਹੱਥ ਖੜੇ ਕਰੋ। ਹੁਣ ਤੁਸੀਂ ਦੇਖਿਆ ਕਿ ਮਿਕਸ, ਤੁਹਾਨੂੰ ਜਿਹੜਾ ਹੈ ਕੁਝ ਬੱਚੇ ਜਿਹੜੇ ਨੇ ਉਹ ਕਹਿ ਰਹੇ ਨੇ ਕਾਪੀ ਦਾ ਪੇਜ ਮੂਵ ਕਰ ਰਿਹਾ ਹੈ, ਕੁਝ ਕਹਿ ਰਹੇ ਨੇ ਕੈਮਰਾ ਮੂਵ ਕਰ ਰਿਹਾ ਹੈ। ਤਾਂ ਤੁਸੀਂ ਵੀਡੀਓ ਨੂੰ ਅੱਗੇ ਦੇਖੋ, ਤੁਸੀਂ ਫਿਰ ਆਨਸਰ ਦੇ ਪਾਓਗੇ ਕਿ ਕੌਣ ਮੂਵ ਕਰ ਰਿਹਾ ਸੀ। ਨੋਟ ਕਰਨਾ। ਹੁਣ ਖਿਡੌਣੇ ਕਿੱਥੇ ਪਏ ਸੀ? ਦੀਵਾਰ ਦੇ ਨਾਲ, ਹਨਾ। ਖਿਡੌਣਾ ਤਾਂ ਉੱਥੇ ਦੀਵਾਰ ਦੇ ਨਾਲ ਹੀ ਪਿਆ। ਫਿਰ ਮੂਵ ਕੀ ਕਰ ਰਿਹਾ ਹੈ? ਕੈਮਰਾ ਜਿਹੜਾ ਹੈ ਉਹ ਕਿੱਧਰ ਨੂੰ ਜਾ ਰਿਹਾ ਹੈ? ਖੱਬੇ ਵੱਲ ਨੂੰ ਜਾ ਰਿਹਾ ਹੈ। ਤਾਂ ਇਸ ਵੀਡੀਓ 'ਚ ਕੈਮਰਾ ਜਿਹੜਾ ਹੈ ਉਹ ਖੱਬੇ ਵੱਲ ਨੂੰ ਜਾ ਰਿਹਾ ਸੀ, ਕਾਪੀ ਦਾ ਪੇਜ ਨਹੀਂ ਮੂਵ ਕਰ ਰਿਹਾ ਸੀ, ਰਾਈਟ। ਹੁਣ ਦੁਬਾਰਾ ਫਿਰ ਇੱਕ ਵਾਰ ਦੇਖੋ, ਦੁਬਾਰਾ ਫਿਰ ਗੈਸ ਕਰਨਾ ਤੁਸੀਂ, ਠੀਕ ਹੈ। ਦੱਸੋ ਕੌਣ ਮੂਵ ਕਰ ਰਿਹਾ ਹੈ? ਕਾਪੀ ਦਾ ਪੇਜ ਮੂਵ ਕਰ ਰਿਹਾ ਹੈ ਕਿ ਕੈਮਰਾ ਮੂਵ ਕਰ ਰਿਹਾ ਹੈ? ਹੁਣ ਧਿਆਨ ਨਾਲ ਨੋਟ ਕਰਨਾ, ਤੁਹਾਨੂੰ ਸਮਝ ਆ ਜਾਏਗੀ। ਹੁਣ ਕੌਣ ਮੂਵ ਕਰਕੇ ਗਿਆ? ਫਿਰ ਦੁਬਾਰਾ ਕੈਮਰਾ। ਤੁਸੀਂ ਇਹ ਨੋਟ ਕਰੋ ਬੇਟਾ, ਮੈਂ ਤੁਹਾਨੂੰ ਇਹ ਗੱਲ ਕਰਦਾ ਕਿ ਤੁਹਾਨੂੰ ਤਦ ਤੱਕ ਨਹੀਂ ਪਤਾ ਲੱਗਾ ਜਦ ਤੱਕ ਜਦੋਂ ਦੀਵਾਰ ਨਹੀਂ ਆਈ। ਜਦੋਂ ਦੀਵਾਰ ਆ ਗਈ ਤਾਂ ਤੁਹਾਨੂੰ ਇਹ ਪਤਾ ਲੱਗਾ ਕਿ ਕੌਣ ਮੂਵ ਕਰ ਰਿਹਾ ਹੈ, ਕੌਣ ਨਹੀਂ ਮੂਵ ਕਰ ਰਿਹਾ। ਹੁਣ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਹੁਣ ਇਸ ਵਾਰ ਕੀ ਹੋਇਆ ਕਿ ਕਾਪੀ ਦਾ ਪੇਜ ਮੂਵ ਕਰਕੇ ਅੱਗੇ ਚਲਾ ਗਿਆ ਜਦ ਕਿ ਕੈਮਰਾ ਮੂਵ ਨਹੀਂ ਕੀਤਾ। ਤਾਂ ਸਿੱਖੇ ਕੀ ਆਪਾਂ ਇਹਦੇ ਤੋਂ? ਸੁਣੋ ਬੇਟਾ ਧਿਆਨ ਨਾਲ ਗੱਲ। ਅਸਲ ਦੇ ਵਿੱਚ ਕੀ ਹੋਇਆ ਕਿ ਜਦ ਤੱਕ ਕੈਮਰਾ ਤੇ ਕਾਪੀ ਦਾ ਪੇਜ ਸੀਗਾ ਤੁਸੀਂ ਦੱਸ ਹੀ ਨਹੀਂ ਸਕਦੇ ਕਿ ਕੌਣ ਮੂਵ ਕਰ ਰਿਹਾ ਹੈ, ਰਾਈਟ। ਉਦੋਂ ਤੱਕ ਆਪਾਂ ਨਹੀਂ ਦੱਸ ਸਕਦੇ। ਜਦੋਂ ਕਾਪੀ ਦਾ ਪੇਜ ਸੀ ਤੇ ਕੈਮਰਾ ਸੀ ਤੁਸੀਂ ਦੱਸ ਹੀ ਨਹੀਂ ਸਕਦੇ। ਕਦੋਂ ਦੱਸ ਪਏ? ਜਦੋਂ ਤੁਹਾਨੂੰ ਸਰਾਊਂਡਿੰਗਸ ਮਿਲੀਆਂ, ਆਲਾ ਦੁਆਲਾ ਮਿਲਿਆ, ਦੀਵਾਰ ਮਿਲੀ। ਤੁਸੀਂ ਹਮੇਸ਼ਾ ਕਿਸੇ ਚੀਜ਼ ਦਾ ਮੋਸ਼ਨ ਉਦੋਂ ਹੀ ਪੜ ਸਕਦੇ ਹੋ ਜਦੋਂ ਤਿੰਨ ਚੀਜ਼ਾਂ ਹੋਣ।
ਇੱਕ ਮੂਵ ਕਰਨ ਵਾਲਾ ਹੋਵੇ, ਇੱਕ ਉਹਨੂੰ ਦੇਖਣ ਵਾਲਾ ਹੋਵੇ ਤੇ ਇੱਕ ਆਲਾ ਦੁਆਲਾ ਹੋਵੇ। ਇਹ ਬੜਾ ਇੰਪੋਰਟੈਂਟ ਹੈ, ਰਾਈਟ। ਅੱਜ ਤੋਂ ਬਾਅਦ ਇਹ ਯਾਦ ਰੱਖਣਾ। ਹੁਣ ਤੁਸੀਂ ਧਿਆਨ ਨਾਲ ਅੱਗੇ ਦੇਖੋ, ਇਹ ਜਿਹੜਾ ਤੁਸੀਂ ਸਲਾਈਡ ਤੇ ਦੇਖ ਰਹੇ ਹੋ, ਇਹਦੇ ਵਿੱਚ ਜਿਹੜਾ ਤੁਸੀਂ ਖੱਬੇ ਪਾਸੇ ਦੇਖ ਰਹੇ ਹੋ, ਐਂ ਲੱਗਦਾ ਜਿਵੇਂ ਬੰਦਾ ਆਪਦੀ ਜਗ੍ਹਾ ਤੇ ਖੜਾ ਹੀ ਚੱਲੀ ਜਾਂਦਾ, ਅੱਗੇ ਜਾ ਹੀ ਨਹੀਂ ਰਿਹਾ। ਲੇਕਿਨ ਜਿਹੜਾ ਦੂਜੀ ਵੀਡੀਓ 'ਚ ਤੁਸੀਂ ਦੇਖ ਰਹੇ ਹੋ, ਕੀ ਹੋ ਰਿਹਾ ਹੈ ਕਿ ਕਿਉਂਕਿ ਪਿੱਛੇ ਇੱਕ ਬੈਕਗ੍ਰਾਉਂਡ ਹੈਗਾ ਤੇ ਸਾਨੂੰ ਪਤਾ ਹੈ ਕਿ ਉਹ ਕੈਮਰੇ ਵੱਲ ਨੂੰ ਆ ਰਿਹਾ ਹੈ, ਰਾਈਟ। ਤਾਂ ਇਹ ਗੱਲ ਯਾਦ ਰੱਖੋ ਕਿ ਸਰਾਊਂਡਿੰਗਸ, ਆਲਾ ਦੁਆਲਾ ਜਿਹੜਾ ਹੈ ਉਹ ਮੋਸ਼ਨ ਨੂੰ ਪੜਨ ਦੇ ਲਈ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਅੱਗੇ ਦੇਖੋ ਤੁਸੀਂ, ਹੁਣ ਇਹ ਦੋਨੋਂ ਪੰਛੀ ਉੱਡ ਰਹੇ ਨੇ, ਪਰ ਮੈਨੂੰ ਸਹੀ ਤਰੀਕੇ ਨਾਲ ਇੱਕ ਹੀ ਪੰਛੀ ਉੱਡਦਾ ਲੱਗ ਰਿਹਾ ਹੈ, ਦੂਜਾ ਤਾਂ ਐਂ ਲੱਗਦਾ ਆਪਦੀ ਜਗ੍ਹਾ ਤੇ ਖੜਾ ਪਰ ਮਾਰੀ ਜਾਂਦਾ। ਕਿਹੜਾ ਤੁਹਾਨੂੰ ਲੱਗ ਰਿਹਾ ਕਿ ਆਪਦੀ ਜਗ੍ਹਾ ਤੇ ਖੜਾ ਹੀ ਪਰ ਜਿਹੜਾ ਉਹ ਚਲਾ ਰਿਹਾ ਹੈ? ਗੁੱਡ, ਖੱਬੇ ਵਾਲਾ। ਤੇ ਸੱਜੇ ਵਾਲਾ ਕੀ ਲੱਗ ਰਿਹਾ ਹੈ? ਕਿਉਂਕਿ ਬੱਦਲ ਜਿਹੜੇ ਨੇ ਉਹ ਪਿੱਛੇ ਨੂੰ ਜਾ ਰਹੇ ਨੇ, ਇਹਨਾਂ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਇਹ ਵਾਲਾ ਪੰਛੀ ਇਹ ਉੱਡ ਰਿਹਾ, ਯਾਨੀ ਕਿ ਆਲਾ ਦੁਆਲਾ ਵੈਰੀ ਇੰਪੋਰਟੈਂਟ ਮੋਸ਼ਨ ਨੂੰ ਪੜਨ ਦੇ ਲਈ, ਠੀਕ ਹੈ। ਸੋ ਬੇਟਾ ਗੱਲ ਇਹ ਆਉਂਦੀ ਹੈ ਕਿ ਜੇ ਆਪਾਂ ਹੁਣ ਇਹ ਪੜਨਾ ਚਾਹੀਏ ਕਿ ਰੈਸਟ ਕੀ ਹੈ, ਤਾਂ ਰੈਸਟ ਐਕਚੁਅਲੀ ਕੀ ਹੈ, ਤੁਸੀਂ ਜਿਵੇਂ ਪੜ ਰਹੇ ਹੋ ਇਹਨੂੰ ਕਾਪੀ ਤੇ ਨੋਟ ਕਰ ਲਓ ਕਿ ਜਦੋਂ ਕੋਈ ਵਸਤੂ ਜਿਹੜੀ ਹੈ ਉਹ ਟਾਈਮ ਕਲੌਕ ਚੱਲਦਾ ਰਵੇ ਐਂਡ ਆਲੇ ਦੁਆਲੇ ਦੇ ਵਿਦ ਰਿਸਪੈਕਟ ਟੂ ਆਪਣੀ ਸਥਿਤੀ ਨਾ ਬਦਲੇ, ਤਾਂ ਅਸੀਂ ਉਹਨੂੰ ਕੀ ਕਹਿੰਦੇ ਆ, ਉਸ ਵਸਤੂ ਨੂੰ ਰੈਸਟ ਤੇ ਕਹਿੰਦੇ ਆ। ਜਿਵੇਂ ਜਦੋਂ ਤੁਸੀਂ ਟ੍ਰੇਨ 'ਚ ਸੀ ਪੁੱਤ, ਟ੍ਰੇਨ ਦੇ ਵਿੱਚ ਜਦੋਂ ਤੁਸੀਂ ਖੜ ਕੇ ਇਹਨਾਂ ਨੂੰ ਦੇਖ ਰਹੇ ਸੀ ਪੈਸੇਂਜਰਸ ਨੂੰ, ਤਾਂ ਤੁਹਾਡੇ ਵਿਦ ਰਿਸਪੈਕਟ ਟੂ ਇਹ ਕੋਈ ਵੀ ਆਪਦੀ ਜਗ੍ਹਾ ਬਦਲ ਕੇ ਨਹੀਂ ਜਾ ਰਿਹਾ ਸੀਗਾ। ਟ੍ਰੇਨ ਦੇ ਡੱਬੇ ਦੇ ਵਿਦ ਰਿਸਪੈਕਟ ਟੂ ਇਹ ਸਾਰੇ ਜਣੇ ਰੈਸਟ ਤੇ ਸੀਗੇ, ਠੀਕ ਹੈ। ਪਰ ਜਦੋਂ ਤੁਸੀਂ ਇਹਨਾਂ ਨੂੰ ਹੀ ਬਾਹਰੋਂ ਜਾ ਕੇ ਦੇਖਿਆ ਤਾਂ ਫਿਰ ਤੁਹਾਨੂੰ ਕੀ ਲੱਗਣ ਲੱਗ ਪਿਆ? ਇਮੋਸ਼ਨ 'ਚ। ਹੁਣ ਅੱਗੇ ਦੇਖੋ, ਇਸੇ ਤਰ੍ਹਾਂ ਅਗਲੀ ਗੱਲ ਆ ਗਈ, ਮੋਸ਼ਨ 'ਚ ਆਪਾਂ ਕਦੋਂ ਕਵਾਂਗੇ? ਜਦੋਂ ਟਾਈਮ ਤੇ ਆਲੇ ਦੁਆਲੇ ਦੇ ਵਿਦ ਰਿਸਪੈਕਟ ਟੂ ਜਿਹੜੀ ਵਸਤੂ ਹੈ ਉਹ ਆਪਣੀ ਸਥਿਤੀ ਬਦਲੇ, ਤਾਂ ਅਸੀਂ ਕਹਾਂਗੇ ਆਬਜੈਕਟ ਕੀ ਹੈ? ਮੋਸ਼ਨ 'ਚ। ਹੁਣ ਇੱਕ ਗੱਲ ਆਪਾਂ ਹੋਰ ਸਿੱਖ ਲਈ ਇਸ ਡਿਸਕਸ਼ਨ ਤੋਂ ਕਿ ਜਿਹੜੇ ਰੈਸਟ ਤੇ ਮੋਸ਼ਨ ਨੇ ਨਾ, ਇਹ ਦੋਨੋਂ ਸਾਪੇਖ ਨੇ, ਇੱਕ ਦੂਜੇ ਦੇ ਰਿਸ਼ਤੇਦਾਰ ਨੇ, ਰਿਲੇਟਿਵ ਨੇ। ਕਿਵੇਂ? ਇੱਕੋ ਹੀ ਵਸਤੂ ਇੱਕ ਸਿਚੁਏਸ਼ਨ 'ਚ ਆਪਾਂ ਨੂੰ ਰੈਸਟ ਤੇ ਲੱਗਦੀ ਹੈ, ਜਿਵੇਂ ਟ੍ਰੇਨ ਦੇ ਵਿੱਚ ਬੈਠੇ ਪੈਸੇਂਜਰ ਰੈਸਟ ਤੇ ਲੱਗੇ ਪਹਿਲਾਂ ਆਪਾਂ ਨੂੰ, ਜਦੋਂ ਆਪਾਂ ਟ੍ਰੇਨ ਦੇ ਅੰਦਰ ਸੀਗੇ। ਲੇਕਿਨ ਜਦੋਂ ਆਪਾਂ ਉਹਨੂੰ ਬਾਹਰ ਜਾ ਕੇ ਦੇਖਿਆ ਤਾਂ ਉਹੀ ਆਪਾਂ ਨੂੰ ਕੀ ਲੱਗਣ ਲੱਗ ਪਏ? ਸਾਰੇ ਜਾਣੇ ਮੋਸ਼ਨ 'ਚ। ਤਾਂ ਇੱਕ ਦੂਜੇ ਨਾਲ ਜੁੜੇ ਹੋਏ ਨੇ ਪੁੱਤ ਇਹ, ਰਾਈਟ। ਚਲੋ ਅਗਲੀ ਗੱਲ ਕਰਦੇ ਹਾਂ। ਹੁਣ ਹੋਇਆ ਕੀ ਬੇਟਾ ਕਿ ਇਹ ਵਿਗਿਆਨੀ ਜਿਹੜੇ ਸੀਗੇ, ਸਾਇੰਟਿਸਟ, ਜਦੋਂ ਆਪਾਂ ਇਹ ਸਾਰਾ ਕੁਝ ਸਿੱਖ ਰਹੇ ਸੀਗੇ, ਜਦੋਂ ਵਿਗਿਆਨ ਜਿਹੜਾ ਜਿਵੇਂ ਜਿਵੇਂ ਅੱਗੇ ਵੱਧ ਰਿਹਾ ਸੀਗਾ, ਤਾਂ ਜਦੋਂ ਆਪਾਂ ਮੋਸ਼ਨ ਨੂੰ ਸਹੀ ਤਰੀਕੇ ਨਾਲ ਸਮਝਣਾ ਸ਼ੁਰੂ ਕੀਤਾ, ਉਦੋਂ ਬਾਅਦ ਇੱਕ ਸਟੇਜ ਇਦਾਂ ਦੀ ਆਈ ਕਿ ਹੁਣ ਜਿਵੇਂ ਮੰਨ ਲਓ ਕਿ ਮੈਂ ਅੱਜ ਇੱਥੇ ਆ ਕੇ ਬੈਠ ਕੇ ਤੁਹਾਨੂੰ ਲੈਕਚਰ ਦੇ ਰਿਹਾ ਜਾਂ ਤੁਸੀਂ ਆਪਦੇ ਘਰ ਤੋਂ ਸਕੂਲ ਆਏ ਹੋ। ਹੁਣ ਜਦੋਂ ਤੁਸੀਂ ਰੋਜ਼ ਆਪਦੇ ਘਰ ਤੋਂ ਸਕੂਲ ਆਉਂਦੇ ਹੋ, ਤੁਸੀਂ ਇੱਕ ਟਾਈਮ ਰੱਖਿਆ ਵੀ ਤੁਸੀਂ ਘਰ ਤੋਂ ਕਿੰਨੇ ਵਜੇ ਚੱਲਦੇ ਹੋ, ਸਭ ਨੇ ਰੱਖਿਆ ਹੋਇਆ ਨਾ, ਹਨਾ। ਉਵੇਂ ਤੁਹਾਡੇ ਜਿਹੜੇ ਟੀਚਰਸ ਨੇ ਉਹਨਾਂ ਨੇ ਵੀ ਇੱਕ ਆਪਦਾ ਡਿਸਾਈਡ ਕੀਤਾ ਹੈ ਕਿ ਅਸੀਂ ਇੰਨੇ ਵਜੇ ਘਰ ਤੋਂ ਚੱਲਾਂਗੇ ਤੇ ਸਕੂਲ ਪਹੁੰਚ ਜਾਾਂਗੇ। ਕਿਉਂ? ਇਹਦੇ ਲਈ ਕੀ ਇੰਪੋਰਟੈਂਟ ਹੈ ਕਿ ਤੁਸੀਂ ਸਕੂਲ ਤੋਂ ਕਿੰਨੀ ਦੂਰ ਰਹਿੰਦੇ ਹੋ, ਉਸ ਹਿਸਾਬ ਨਾਲ ਤੁਸੀਂ ਸਾਰਿਆਂ ਨੇ ਆਪਦਾ ਜਿਹੜਾ ਇੱਕ ਸਰਕਲ ਬਣਾਇਆ ਹੋਇਆ ਦਿਮਾਗ 'ਚ। ਤਾਂ ਹੁਣ ਇਹਦਾ ਮਤਲਬ ਇਹ ਹੈ ਕਿ ਅਸੀਂ ਕਿੰਨੀ ਦੂਰ ਰਹਿੰਦੇ, ਇਹਨੂੰ ਕਿਵੇਂ ਮਾਪਿਆ ਜਾਵੇ। ਤਾਂ ਇਹਦੇ ਲਈ ਬੇਟਾ ਕੀ ਹੋਇਆ ਕਿ ਆਪਾਂ ਨਵੇਂ ਤਰੀਕੇ ਲੱਭੇ, ਉਹਦੇ ਲਈ ਆਪਾਂ ਦੂਰੀ ਨੂੰ ਮਾਪਣਾ ਸ਼ੁਰੂ ਕੀਤਾ। ਹੁਣ ਦੂਰੀ ਕੀ ਹੈ? ਮੰਨ ਲਓ ਕਿ ਜਿਵੇਂ ਤੁਸੀਂ ਦੇਖ ਰਹੇ ਹੋ, ਆਹ ਜਿਹੜਾ ਹੈ ਇਹ ਤੁਹਾਡਾ ਘਰ ਹੈ ਤੇ ਆਹ ਸਕੂਲ ਹੈ ਬੇਟਾ। ਆਹ ਜਿਹੜਾ ਦਿਖਾਇਆ ਇਹ ਉੱਤਰ ਦਿਸ਼ਾ ਹੈ, ਇਧਰ ਨੂੰ ਪੂਰਬ ਹੈ ਬੇਟਾ, ਤੇ ਆਹ ਕੀ ਹੈ? ਪੱਛਮ ਹੋ ਗਿਆ ਤੇ ਇਧਰ ਦੱਖਣ ਹੋ ਗਿਆ। ਤੁਹਾਡੇ ਘਰ ਤੋਂ ਜਿਹੜਾ ਸਕੂਲ ਦੀ ਦਿਸ਼ਾ ਕਿੱਧਰ ਨੂੰ ਹੈ? ਵੈਸੇ ਉਹ ਨਾ ਤਾਂ ਉੱਤਰ ਵੱਲ ਨੂੰ ਹੈ, ਨਾ ਹੀ ਪੂਰਬ ਵੱਲ ਨੂੰ ਹੈ, ਯਾਨੀ ਕਿ ਨਾ ਹੀ ਨੌਰਥ ਵੱਲ ਹੈ, ਨਾ ਹੀ ਈਸਟ ਵਾਲੇ। ਉਹ ਕਿੱਧਰ ਨੂੰ ਹੈ? ਇਹਦੇ ਬਿਲਕੁਲ ਵਿਚਕਾਰ ਹੈ ਨਾ। ਤਾਂ ਅਸੀਂ ਬੋਲ ਸਕਦੇ ਹਾਂ ਕਿ ਨੌਰਥ ਈਸਟ ਵਾਲੇ ਪਾਸੇ ਹੈ। ਪਰ ਹੁਣ ਪ੍ਰੋਬਲਮ ਇਹ ਹੈ ਕਿ ਸੜਕਾਂ ਤਿੰਨ ਨੇ ਬੇਟਾ, ਆਹ ਵਾਲੀਆਂ, ਰਾਈਟ। ਤਾਂ ਹੋ ਸਕਦਾ ਹੈ ਜਿਵੇਂ ਤੁਸੀਂ ਧਿਆਨ ਨਾਲ ਦੇਖਣਾ ਕਿ ਤੁਸੀਂ ਘਰ ਤੋਂ ਜਾਂਦੇ ਹੋ ਸਕਦਾ ਕਿ ਇਹ ਰਸਤੇ ਤੋਂ ਜਾਓ, ਤਾਂ ਜਿੰਨਾ ਤੁਸੀਂ ਇਹ ਰਸਤਾ ਕਵਰ ਕੀਤਾ, ਇਹਨੂੰ ਜੇ ਆਪਾਂ ਮਾਪ ਲਈਏ, ਹੁਣ ਇਹਨੂੰ ਮਾਪੀ ਦਾ ਕਾਹਦੇ 'ਚ, ਤੁਸੀਂ ਛੋਟੀਆਂ ਕਲਾਸਿਸ 'ਚ ਸਿੱਖ ਕੇ ਆਏ ਹੋ, ਇਹਨੂੰ ਆਪਾਂ ਮੀਟਰ 'ਚ ਮਾਪ ਲੈਂਦੇ ਹਾਂ। ਤਾਂ ਜੇ ਇਹਨੂੰ ਆਪਾਂ ਮਾਪ ਲਈਏ ਤਾਂ ਆਪਾਂ ਕਹਾਂਗੇ ਵੀ ਇਹ ਸਾਡੀ ਕੀ ਹੈ? ਦੂਰੀ ਹੈ। ਇਸੇ ਤਰ੍ਹਾਂ ਤੁਹਾਡੇ ਕੋਲ ਇੱਕ ਰਸਤਾ ਹੋਰ ਵੀ ਹੋ ਸਕਦਾ, ਤੁਸੀਂ ਇਸ ਰਸਤੇ ਤੋਂ ਵੀ ਜਾ ਸਕਦੇ ਹੋ। ਇਹਨੂੰ ਵੀ ਅਸੀਂ ਕੀ ਕਹਾਂਗੇ? ਵੀ ਇਹ ਸਾਡੇ ਘਰ ਤੋਂ ਲੈ ਕੇ ਸਕੂਲ ਤੱਕ ਦੀ ਕੀ ਹੈ? ਦੂਰੀ ਹੈ। ਇਸੇ ਤਰ੍ਹਾਂ ਆਪਾਂ ਤੀਜਾ ਰਸਤਾ ਵੀ ਕਵਰ ਕਰ ਸਕਦੇ ਹਾਂ, ਉਹ ਵੀ ਦੂਰੀ ਹੋ ਗਈ ਬੇਟਾ, ਹਨਾ। ਲੇਕਿਨ ਇੱਕ ਰਸਤਾ ਹੋਰ ਤੁਸੀਂ ਦੇਖ ਰਹੇ ਹੋ, ਆਹ ਵਾਲਾ। ਜੇ ਮੈਂ ਇਸ ਰਸਤੇ ਤੋਂ ਚੱਲਾਂ ਤਾਂ ਕੀ ਹੋਊਗਾ? ਅੱਗੇ ਪੇੜ ਆ ਰਿਹਾ ਹੈ, ਇਹਦਾ ਮਤਲਬ ਇਹ ਵਾਲਾ ਰਸਤਾ ਅਸੀਂ ਕਵਰ ਨਹੀਂ ਕਰ ਸਕਦੇ, ਹਨਾ। ਪੇੜ ਮਤਲਬ ਮੈਂ ਇੱਕ ਰੁਕਾਵਟ ਲਾਈ, ਕੋਈ ਜ਼ਿਆਦਾ ਰੁਕਾਵਟਾਂ ਵੀ ਹੋ ਸਕਦੀਆਂ, ਘਰ ਵੀ ਹੋ ਸਕਦੇ ਨੇ, ਤਾਂ ਆਪਾਂ ਸਿੱਧਾ ਨਹੀਂ ਪਹੁੰਚ ਪਾ ਰਹੇ ਘਰ ਤੋਂ ਸਕੂਲ ਤੱਕ, ਠੀਕ ਹੈ।
ਤਾਂ ਜਿਹੜੀਆਂ ਆ ਸਾਰੀਆਂ ਸੀਗੀਆਂ ਇਹਨਾਂ ਨੂੰ ਤੁਸੀਂ ਕਹਿ ਦਿੰਦੇ ਕਿ ਇਹ ਕੀ ਨੇ, ਦੂਰੀਆਂ। ਇਸ ਰਸਤੇ ਨੂੰ ਅਸੀਂ ਕਵਰ ਤਾਂ ਨਹੀਂ ਕਰ ਸਕਦੇ, ਪਰ ਇਹ ਸਾਨੂੰ ਰਸਤਾ ਖਾਸ ਇਹ ਦੱਸਦਾ ਹੈ ਕਿ ਘਰ ਤੋਂ ਸਕੂਲ ਕਿਹੜੀ ਦਿਸ਼ਾ ਵੱਲ ਨੂੰ ਹੈ ਤੇ ਉੱਥੋਂ ਤੱਕ ਟੋਟਲ ਜਿਹੜਾ ਹੈ ਕਿੰਨਾ ਸ਼ਿਫਟ ਮੈਨੂੰ ਕਰਨਾ ਪਏਗਾ ਇਸ ਜਗ੍ਹਾ ਤੋਂ ਇਸ ਜਗ੍ਹਾ ਤੇ। ਇਹ ਜਿਹੜਾ ਬੇਟਾ ਜਗ੍ਹਾ ਹੈ ਇਹਨੂੰ ਅਸੀਂ ਪਤਾ ਕੀ ਬੋਲਦੇ ਹਾਂ, ਜਦੋਂ ਆਪਾਂ ਇੱਥੋਂ ਚੱਲੇ ਤੇ ਇੱਥੇ ਪਹੁੰਚ ਗਏ, ਬਸ ਆਪਾਂ ਇਹੀ ਦੇਖਣਾ ਹੈ, ਇਹਨੂੰ ਅਸੀਂ ਬੋਲਦੇ ਨੇ ਵਿਸਥਾਪਨ। ਵਿਸਥਾਪਨ ਦੇ ਵਿੱਚ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਚੱਲ ਕੇ ਉਸ ਰਸਤੇ ਤੇ ਜਾਈਏ। ਇਹਦਾ ਮਤਲਬ ਤਾਂ ਇਹ ਹੈ ਕਿ ਅਸੀਂ ਇਨੀਸ਼ੀਅਲੀ ਕਿੱਥੇ ਸੀਗੇ, ਸ਼ੁਰੂ ਵਿੱਚ ਕਿੱਥੇ ਸੀ ਤੇ ਫਾਈਨਲੀ ਕਿੱਥੇ ਪਹੁੰਚ ਗਏ। ਹਵਾਈ ਰਸਤਾ ਹੈ ਬੇਟਾ, ਮਤਲਬ ਤੁਸੀਂ ਇਹ ਨਹੀਂ ਲੈਣਾ ਕਿ ਵਿਚਕਾਰ ਕੀ ਆਇਆ, ਸਿਰਫ ਇਹ ਕਿ ਤੁਹਾਡੇ ਘਰ ਤੋਂ ਲੈ ਕੇ ਸਕੂਲ ਤੱਕ ਦਾ ਸਟ੍ਰੇਟ ਲਾਈਨ ਸਿੱਧਾ ਡਿਸਟੈਂਸ ਕਿੰਨਾ ਬਣਦਾ ਹੈ, ਉਹਨੂੰ ਅਸੀਂ ਕੀ ਬੋਲ ਦਿੰਦੇ ਹਾਂ, ਵਿਸਥਾਪਨ ਬੋਲ ਦਿੰਦੇ ਹਾਂ। ਵਿਸਥਾਪਨ ਦੀ ਇੱਕ ਖਾਸ ਦਿਸ਼ਾ ਹੈ ਬੇਟਾ, ਜਿਵੇਂ ਹੁਣ ਇਹ ਕਿਹੜੀ ਦਿਸ਼ਾ 'ਚ ਹੋ ਗਿਆ, ਇਹਨੂੰ ਅਸੀਂ ਕਹਿ ਸਕਦੇ ਹਾਂ ਕਿ ਨਾਰਥ ਈਸਟ ਦਿਸ਼ਾ ਵਿੱਚ। ਸੋ ਆਪਾਂ ਕੀ ਸਿੱਖਿਆ, ਇਹਨੂੰ ਨੋਟ ਕਰ ਲਓ ਸਾਰੇ ਜਣੇ, ਕਿ ਆਬਜੈਕਟ ਦੀ ਇਨੀਸ਼ੀਅਲ ਤੇ ਫਾਈਨਲ ਪੋਜੀਸ਼ਨ ਵਿਚਕਾਰ ਜਿਹੜੀ ਟੋਟਲ ਲੰਬਾਈ ਹੁੰਦੀ ਹੈ ਪਥ ਦੀ, ਉਹਨੂੰ ਆਪਾਂ ਦੂਰੀ ਕਹਿੰਦੇ ਹਾਂ। ਇਸੇ ਤਰ੍ਹਾਂ ਵਿਸਥਾਪਨ ਕੀ ਹੈ, ਉਹਦੇ 'ਚ ਆਪਾਂ ਇਹ ਨਹੀਂ ਦੇਖਣਾ ਕਿ ਆਪਾਂ ਅਸਲ 'ਚ ਗਏ ਹਾਂ ਕਿ ਨਹੀਂ ਗਏ। ਇਨੀਸ਼ੀਅਲ ਪੋਜੀਸ਼ਨ ਤੇ ਫਾਈਨਲ ਪੋਜੀਸ਼ਨ, ਮੈਨੇ ਸਟਾਰਟਿੰਗ ਵਾਲਾ ਪੁਆਇੰਟ ਤੇ ਫਾਈਨਲ ਪੁਆਇੰਟ ਜਿਹੜਾ ਹੈ ਉਹਨਾਂ ਦੋਨਾਂ ਨੂੰ ਮਿਲਾ ਦਿਓ ਬਸ ਸਿੱਧਾ, ਠੀਕ ਹੈ। ਹਵਾਈ ਰਸਤਾ, ਤਾਂ ਉਹਨੂੰ ਅਸੀਂ ਕੀ ਬੋਲਦੇ ਹਾਂ, ਵਿਸਥਾਪਨ। ਹੁਣ ਲਾਸਟ ਲਾਈਨ ਬੜੀ ਇੰਪੋਰਟੈਂਟ ਹੈ ਕਿ ਦੂਰੀ, ਹੁਣ ਤੁਸੀਂ ਘਰ ਤੋਂ ਜਦੋਂ ਸਕੂਲ ਆਉਂਦੇ ਹੋ ਤਾਂ ਤੁਸੀਂ ਆਪਦੇ ਘਰ ਤੋਂ ਸਕੂਲ ਕਈ ਤਰੀਕਿਆਂ ਨਾਲ ਆ ਸਕਦੇ ਹੋ, ਕਈ ਰਸਤੇ ਨੇ। ਤੁਸੀਂ ਆਪਦੇ ਦੋਸਤ ਦੇ ਘਰ ਤੋਂ ਵੀ ਹੋ ਕੇ ਆ ਸਕਦੇ ਹੋ, ਕਿਸੇ ਦੁਕਾਨ ਤੋਂ ਕੁਝ ਖਰੀਦ ਕੇ ਲਿਆ ਸਕਦੇ ਹੋ, ਹਨਾ। ਤਾਂ ਦੂਰੀਆਂ ਬਹੁਤ ਤਰ੍ਹਾਂ ਦੀਆਂ ਹੋ ਸਕਦੀਆਂ ਨੇ, ਯੂਨੀਕ ਨਹੀਂ ਹੁੰਦੀਆਂ। ਜਦ ਕਿ ਵਿਸਥਾਪਨ ਜਿਹੜਾ ਹੈ ਉਹ ਤਾਂ ਸਿਰਫ ਸਾਨੂੰ ਇਹ ਦੱਸਦਾ ਹੈ ਕਿ ਇਨੀਸ਼ੀਅਲ ਪੋਜੀਸ਼ਨ ਤੋਂ ਫਾਈਨਲ ਪੋਜੀਸ਼ਨ ਤੱਕ ਆਪਾਂ ਘੱਟ ਤੋਂ ਘੱਟ ਕਿੰਨਾ ਡਿਸਟੈਂਸ ਹੋ ਸਕਦਾ, ਉਹ ਯੂਨੀਕ ਹੁੰਦਾ ਬੇਟਾ। ਸੋ ਆਈ ਹੋਪ ਕਿ ਤੁਸੀਂ ਇਹ ਸਿੱਖ ਪਾਏ ਹੋਗੇ। ਹੁਣ ਅਗਲਾ ਕੁਐਸਚਨ ਜਿਹੜਾ ਹੈ ਕਿ ਦੂਰੀ ਨੂੰ ਜਦੋਂ ਆਪਣੇ ਵਾਹਨ ਨੇ ਉਹ ਕਿਵੇਂ ਮਾਪਦੇ ਨੇ, ਤਾਂ ਉਹਦੇ ਲਈ ਬੇਟਾ ਤੁਸੀਂ ਦੇਖ ਰਹੇ ਹੋ ਇੱਕ ਯੰਤਰ ਹੈ ਓਡੋਮੀਟਰ। ਇਹ ਸਾਰੇ ਬਾਈਕਸ ਤੇ ਤੁਸੀਂ ਆਪਦੇ ਟੀਚਰਸ ਦੀਆਂ ਗੱਡੀਆਂ ਤੇ ਦੇਖ ਸਕਦੇ ਹੋ, ਈਵਨ ਤੁਹਾਡੇ ਘਰ ਦੇ ਵਿੱਚ ਬਾਈਕਸ ਹੋਣਗੇ ਜਿੱਥੇ ਉੱਥੇ ਦੇਖ ਸਕਦੇ ਹੋ। ਆਹ ਮੀਟਰ ਲੱਗਾ ਹੁੰਦਾ ਬੇਟਾ, ਇਹਨੂੰ ਬੋਲਦੇ ਕੀ ਨੇ, ਕੀ ਨਾਮ ਇਹਦਾ, ਯਾਦ ਰੱਖੋ ਇਹਨੂੰ ਕੀ ਕਹਿੰਦੇ ਨੇ, ਓਡੋਮੀਟਰ। ਇਹ ਦੂਰੀ ਮਾਪਣ ਵਾਲਾ ਯੰਤਰ ਹੈ, ਇਹਦੇ ਨਾਲ ਦੂਰੀ ਪਤਾ ਲੱਗਦੀ ਰਹਿੰਦੀ ਵੀ ਆਪਾਂ ਕਿੰਨੀ ਕਵਰ ਕਰ ਲਈ, ਠੀਕ ਹੈ। ਹੁਣ ਜਦੋਂ ਆਪਾਂ ਦੂਰੀ ਮਾਪਣੀ ਸਿੱਖ ਲਈ ਬੇਟਾ, ਅਗਲੀ ਗੱਲ ਆਪਾਂ ਕਰਦੇ ਹਾਂ ਕਿ ਆਪਾਂ, ਤੁਸੀਂ ਮੇਰੇ ਨਾਲ ਇੱਕ ਦੇਖ ਰਹੇ ਹੋ ਇਹ ਕਿ ਆਹ ਇੱਕ ਯੰਤਰ ਹੈ ਆਪਣੇ ਕੋਲ, ਇਹਨੂੰ 에ਅਰ ਟਰੈਕ ਕਹਿੰਦੇ ਨੇ ਬੇਟਾ। ਇਹ ਤੁਸੀਂ ਦੇਖ ਸਕਦੇ ਹੋ ਸਾਰਾ ਐਡਾ ਵੱਡਾ ਹੈ, ਐਂਡ ਮੈਂ ਤੁਹਾਨੂੰ ਦੱਸਦਾ ਵੀ ਇਹ ਕਿੱਦਾਂ ਕੰਮ ਕਰਦਾ ਹੈ। ਇਹਨੂੰ ਆਪਾਂ ਜ਼ੂਮ ਕਰਕੇ ਤੁਹਾਨੂੰ ਦੱਸਦੇ ਹਾਂ। ਹੁੰਦਾ ਕੀ ਹੈ ਬੇਟਾ ਕਿ ਇਹਦੇ ਵਿੱਚ ਨਾ ਛੋਟੇ ਛੋਟੇ ਹੋਲਸ ਕੀਤੇ ਹੋਏ ਨੇ, ਇੱਥੇ ਨਿੱਕੇ ਨਿੱਕੇ ਹੋਲਸ। ਤਾਂ ਇਧਰਲੀ ਸਾਈਡ ਤੇ ਤੁਸੀਂ ਦੇਖੋ ਕਿ ਆਹ ਇੱਥੇ ਇੱਕ ਪਾਈਪ ਲੱਗੀ ਹੋਈ ਹੈ, ਇਹਦੇ ਤੋਂ ਇੱਕ ਬਲੋਅਰ ਹੈ ਜਿਹੜਾ ਉਹਦੇ ਤੋਂ ਹਵਾ ਇਹਦੇ ਵਿੱਚ ਜਾਂਦੀ ਹੈ। ਜਦੋਂ ਹਵਾ ਇਹਦੇ 'ਚ ਜਾਂਦੀ ਹੈ ਨਾ, ਤਾਂ ਹਵਾ ਕੀ ਕਰਦੀ ਹੈ, ਇਹਨਾਂ ਮੋਰਿਆਂ ਥਾਣੀ ਬਾਹਰ ਆਉਂਦੀ ਬੇਟਾ, ਇੱਥੋਂ ਬਾਹਰ ਆਏਗੀ। ਜਦੋਂ ਹਵਾ ਬਾਹਰ ਆਉਂਦੀ ਤਾਂ ਆ ਇਹਦੇ ਉੱਪਰ ਚੱਲਣ ਵਾਲਾ ਗਲਾਈਡਰ ਹੈ, ਗਲਾਈਡਰ। ਇਹ ਗਲਾਈਡਰ ਕੀ ਕਰਦਾ ਹੈ, ਜਦੋਂ ਹਵਾ ਬਾਹਰ ਆਉਂਦੀ ਤੇ ਇਹ ਹਵਾ 'ਚ ਫਲੋਟ ਕਰਨ ਲੱਗ ਪੈਂਦਾ। ਤੁਸੀਂ ਇੱਕ ਵਾਰੀ ਧਿਆਨ ਨਾਲ ਦੇਖਣਾ, ਪਹਿਲਾਂ ਮੈਂ ਬਲੋਅਰ ਨੂੰ ਬਿਨਾਂ ਚਲਾਏ ਤੁਹਾਨੂੰ ਦਿਖਾਉਣਾ ਕੀ ਕਰਦਾ ਹੈ। ਦੇਖ ਲਿਆ ਸਾਰਿਆਂ ਨੇ ਕਿੰਨਾ ਔਖਾ ਚੱਲਦਾ, ਠੀਕ ਹੈ। ਤਾਂ ਇਦਾਂ ਦਾ ਆਪਾਂ ਪੜ੍ਹ ਹੀ ਨਹੀਂ ਪਾਵਾਂਗੇ ਇਮੋਸ਼ਨ ਨੂੰ, ਹਨਾ। ਇਹ ਤਾਂ ਰੁਕ ਜਾਂਦਾ। ਕੌਣ ਰੋਕਦਾ ਭਲਾ ਇਹਨੂੰ, ਫ੍ਰਿਕਸ਼ਨ। ਫ੍ਰਿਕਸ਼ਨ ਜਿਹੜੀ ਹੈ ਉਹ ਇਹਨੂੰ ਚੱਲਣ ਨਹੀਂ ਦੇ ਰਹੀ, ਹਨਾ। ਤਾਂ ਮੈਂ ਕੀ ਕਰਦਾ ਕਿ ਬਲੋਅਰ ਚਲਾਉਣਾ, ਹੁਣ ਤੁਸੀਂ ਧਿਆਨ ਨਾਲ ਦੇਖਣਾ ਕੀ ਹੁੰਦਾ। ਆ ਦੇਖੋ, ਰਾਈਟ। ਤਾਂ ਆਪਾਂ ਜਿਹੜਾ ਹੈ ਮੋਸ਼ਨ ਨੂੰ ਸੌਖਾ ਪੜ੍ਹ ਪਾਵਾਂਗੇ, ਹਨਾ। ਤਾਂ ਮੈਂ ਇੱਕ ਐਕਟੀਵਿਟੀ ਇਹ ਕਰਵਾ ਰਿਹਾ ਤੁਹਾਨੂੰ, ਤੁਸੀਂ ਇੱਕ ਵਾਰ ਸਲਾਈਡ ਤੋਂ ਜਿਹੜਾ ਇਹਦਾ ਟਾਈਟਲ ਨੋਟ ਕਰ ਲਓ ਵੀ ਆਪਾਂ ਕੀ ਕਰਨ ਜਾ ਰਹੇ ਹਾਂ। ਕਿ ਤੁਸੀਂ ਦੇਖ ਰਹੇ ਹੋ ਕਿ ਆਪਾਂ ਇੱਕ ਲੀਨੀਅਰ ਮੋਸ਼ਨ ਲੈਣਾ ਹੈ ਇੱਕ ਲਾਈਨ ਦੇ ਵਿੱਚ, ਤੇ ਉਸ ਲਾਈਨ ਦੇ ਵਿੱਚ ਆਪਾਂ ਕੀ ਕਰਨਾ ਹੈ, ਦੂਰੀ ਨੂੰ ਵੀ ਮਾਪਣਾ ਹੈ ਤੇ ਵਿਸਥਾਪਨ ਨੂੰ ਵੀ ਮਾਪਣਾ ਹੈ। ਆਰੰਭਿਕ ਸਥਿਤੀ ਮੈਂ ਕਿੱਥੇ ਰੱਖ ਰਿਹਾ, 50 ਸੈਂਟੀਮੀਟਰ ਤੇ। ਤੁਸੀਂ ਦੇਖ ਸਕਦੇ ਹੋ ਕਿ ਆਹ ਜਿਹੜਾ ਹੈ ਇੱਥੇ ਇੱਕ ਸਕੇਲ ਹੈ, ਐਂਡ ਇਹ ਇੱਥੋਂ ਬੇਟਾ 50 ਸੈਂਟੀਮੀਟਰ ਹੈ। ਇਹ ਧਿਆਨ 'ਚ ਰੱਖਣਾ, ਇਹ ਟੋਟਲ 2 ਮੀਟਰ ਦਾ ਹੈ। ਤਾਂ ਮੈਂ ਤੁਹਾਡੇ ਲਈ ਈਜ਼ ਕਰਨ ਵਾਸਤੇ ਇਹਨੂੰ, ਜਦੋਂ ਇੱਥੋਂ ਇਹ ਲੰਘੇਗਾ ਨਾ, ਤਾਂ ਆਪਾਂ ਕੀ ਕਰਾਂਗੇ ਕਿ ਇੱਥੋਂ ਚੱਲ ਕੇ ਇਹਨੇ ਉੱਧਰ ਜਾਣਾ ਤੇ ਉੱਥੋਂ ਵਾਪਿਸ ਆਉਣਾ, ਰਾਈਟ। ਮੈਂ 2 ਕੰਮ ਕਰਨ ਜਾ ਰਿਹਾ ਹਾਂ। ਜਦੋਂ ਬਲੋਅਰ ਨਾਲ ਇਹਨੂੰ ਚਲਾਵਾਂਗੇ, ਇਹ ਜਾਏਗਾ ਵਾਪਿਸ ਆਏਗਾ, ਮੈਂ ਇਹਨੂੰ ਦੁਬਾਰਾ ਫਿਰ ਇੱਥੇ ਹੀ ਰੋਕਣਾ, ਠੀਕ ਹੈ। ਇੱਕ ਵਾਰ ਇਹਨੂੰ ਸਾਈਡ ਤੇ ਕਰ ਰਿਹਾ। ਤਾਂ ਤੁਸੀਂ ਕੀ ਕਰਨਾ ਹੈ, ਮੇਰੇ ਨਾਲ ਦੂਰੀ ਤੇ ਵਿਸਥਾਪਨ ਦੋਨੇ ਪੜ੍ਹਨੇ ਆ। ਤਾਂ ਸ਼ੁਰੂ ਕਰਾਂਗੇ ਪੁੱਤ।
मैं इहनूं चलावांगा, ये जाके वापिस आएगा, आप इहदी दूरी भी कढांगे ते आप इहदा विस्थापन भी कढांगे। मैं इहनूं कोशिश करांगे कि दोबारा इत्थे ही रोकां, ठीक है। सो शुरू करते हैं। करिए बेटा, सो ध्यान नाल तुसीं नोट करना, ये जाएगा तो वापिस आएगा। एक्चुअली की है कि इधर एक रबड़ लगी हुई है, इस रबड़ दे नूं वापिस भेज देना। सो शुरू करते हैं। हाँ जी, चलन दे चलन दे। मैं नाल नाल टाइम भी नोट कर रहा इंदा। सो की होया, आपां की कीता बेटा कि इनू 50 सेंटीमीटर तो इथों चलाया, ये टोटल इथों लैके उथों तक 150 सेंटीमीटर गया तो वापिस आ गया, ठीक है। तो इन्हें जिहड़ा कुल रास्ता कवर किया, वो कितना किया भला, इथों जाके वापिस आउण ते कितना पथ किया इन्हें, इथों बेटे चलिया ना, ये इथों चल के रबड़ ते वजन तो बाद वापिस आया, कुल रास्ता कितना कवर किया इन्हें, 150 सेंटीमीटर गया तो 150 सेंटीमीटर वापिस आ गया, है ना। इनकी इनिशियल पोजीशन भी यही सी, फाइनल भी यही है। सो तुसी स्लाइड ते नोट कर सकते हो। राइट, तो दूरी टोटल अपनी कितनी होगी बेटा, अपनी 150 सेंटीमीटर गया तो 150 सेंटीमीटर ही वापिस आ गया, यानी कि दूरी टोटल कितनी होगी 300 सेंटीमीटर। विस्थापन कितना होया, विस्थापन की हुंदा सी पहला, विस्थापन सी तुहाडी इनिशियल पोजीशन ते फाइनल पोजीशन, जिथों तुसीं शुरू होए ते जिथे तुसीं रुके उथों तक एक सीधी लाइन मार देनी है। बट हुण तुसीं जिथों चले सीगे उत्थे ही तां पहुंच गए बेटा। इहदा मतलब यह हो गया कि तुहाडा इनिशियल पॉइंट ते फाइनल पॉइंट तो सेम हो गया, है ना। तो जो सेम हो गया, इहदा मतलब साडा विस्थापन कितना हो गया फिर 0 सेंटीमीटर। सो तुसीं ये एक्सपैरीमेंट नूं याद रखना है, मैं इहनूं दोबारा फिर यूज करांगा। एक गल होर नोट कर लो कि साडी दूरी इस विच जिहड़ी सी वो 300 सेंटीमीटर सी ते विस्थापन कितना सी 0 सेंटीमीटर। ते तुसीं समा नोट कर लो सारे जने अपनी अपनी कॉपियां च, जिहड़ा समा लग्या ना आपां नूं वो लगा होया है 4.5 सेकंड, 4.5 सेकंड लिख ले सारे ने। चलो अगे चलते हैं अगली एक्टिविटी वाल। हुण इस तो बाद असीं ये तो सीख गए कि दूरी की है, एक कुल रास्ता है जिन्ना आपां कवर किया, ते विस्थापन की है इनिशियल पॉइंट ते फाइनल पॉइंट दे विचकार घट तो घट कितना डिस्टेंस है। अगली गल बेटा साइंटिस्ट के दिमाग में ये आई कि हुण आपां दूरियां, जिवें तुसीं भी हर रोज स्कूल आउंदे हो, पर जिद्दन तुसीं स्कूल तो लेट हो जाते हो, जिद्दन स्कूल तो आउण तो लेट हो जाते हो, फिर की करदे हो, जे तुहाडे कोल साइकिल है तो किवें चलाउंदे हो, साइकिल तेज चलाउंदे हो, है ना। तो तुसीं ये चाहुंदे हो कि आपां जल्दी पहुंच जाइए उत्थे, है ना। जल्दी पहुंचण लई तुहानूं की करना पैंदा, तेज चलाउणा पेगा। तेज चलाउण दा मतलब है कि तुहानूं समा घट लगेगा। इहदा मतलब यह हो गया कि जदों आपां किसी एक जगह तो दूजी जगह ते जाने आ, तां की हुंदा है कि जिहड़ा समा है वो भी बड़ा इंपॉर्टेंट है। समा यह डिसाइड करता है कि आपां कितनी फास्ट जा पावांगे, है ना। तो तुसीं स्लाइड तो एक बार दोबारा नोट करो कि हुण आपां की डिस्कस करन जा रहे हैं कि दूरी जिहड़ी है वो कितनी फास्ट तय की जा रही है ते विस्थापन कितनी फास्ट हो रहा है, ठीक है। हुण इन्हां लई दोनां लई दो अलग अलग टर्म्स ने बेटा। दूरी कितनी फास्ट तय हो रही है, उन्होंने आपां किहदे नाल मापदे हां, स्पीड नाल। ते जिहड़ा विस्थापन है वो कितनी फास्ट हो रहा है, उन्होंने आपां की बोलदे हां, उन्होंने आपां बोलदे हां वेग, वेलोसिटी। फॉर्मूला की इन्हां दा, ऑफकोर्स हुण समा जिहड़ा वो बड़ा इंपॉर्टेंट हो जाएगा। स्पीड का फॉर्मूला तुसीं सारिआं ने छोटी क्लास भी पढ़िया होया है, हुंदा डिस्टेंस बटा टाइम, ते जिहड़ी वेलोसिटी हो की हुंदी है डिसप्लेसमेंट बटा टाइम, यानी कि दूरी बटा समा ते विस्थापन बटा समा। हुण बेटा गल यह है कि चाहे दूरी होवे ते चाहे विस्थापन होवे, मापना दा पुत्र मीटरां 'च ही हुंदा। इहनूं समा जिहड़ा है वो आपां सैकेंड 'च मापदे हां। इहदा मतलब हो गया कि जिहड़ी स्पीड है चाहे वेलोसिटी है, दोनों दे यूनिट की बनणगे, इकाई ऊपर मीटर नीचे सैकेंड, तां की बन गया मीटर पर सैकेंड। सो आपां स्पीड नूं ते वेलोसिटी नूं दोनों नूं काहदे 'च मापदे हां, मीटर पर सैकेंड दे विच, राइट। तां आई होप कि तुहानूं गल समझ लग गई होएगी। हुण आपां की करना है, आओ आपां हुण वेग कैलकुलेट करके देखते हैं। दोबारा फिर उस इंस्ट्रूमेंट ते जाने हां।
ਤੁਹਾਨੂੰ ਵੇਗ ਕੈਲਕੂਲੇਟ ਕਰਨੀ ਸਿਖਾਉਣਾ। ਤਾਂ ਹੁਣ ਤੁਸੀਂ ਦੇਖ ਰਹੇ ਹੋ ਕਿ ਦੋ ਨਵੇਂ ਡਿਵਾਈਸਿਸ ਤੁਹਾਨੂੰ ਮੈਂ ਦੱਸਦਾ। ਆ ਜਿਹੜਾ ਉੱਪਰ ਤੁਸੀਂ ਡਿਵਾਈਸ ਦੇਖ ਰਹੇ ਹੋ, ਇਹ ਇੱਕ ਫੋਟੋ ਸੈਂਸਰ ਹੈ, ਜਿਹੜਾ ਕੀ ਕਰੇਗਾ, ਜਦੋਂ ਹੀ ਇਹ ਇੱਥੋਂ ਲੰਘੇਗਾ ਨਾ ਬੇਟਾ, ਇਹਦਾ ਜਿਹੜਾ ਟਾਈਮਰ ਹੈ, ਆਹ ਟਾਈਮਰ ਹੈ, ਇਹਨੇ ਔਨ ਹੋ ਜਾਣਾ ਪੁੱਤਰ, ਇਹਦੇ ਤੇ ਟਾਈਮ ਚੱਲਣ ਲੱਗ ਪਏਗਾ। ਰਾਈਟ, ਜਿਵੇਂ ਚੱਲਣ ਲੱਗ ਪਿਆ ਨਾ, ਤਾਂ ਇਹਦੇ ਤੇ ਟਾਈਮ ਚੱਲਣਾ ਸ਼ੁਰੂ ਹੋ ਜਾਏਗਾ। ਓਕੇ, ਐਂਡ ਆਹ ਵਾਲਾ ਜਿਹੜਾ ਤੁਸੀਂ ਦੇਖ ਰਹੇ ਹੋ, ਇਹ ਫੋਟੋ ਸੈਂਸਰ ਕੀ ਕਰੇਗਾ, ਜਦੋਂ ਇਹ ਵਾਲਾ ਡਿਵਾਈਸ ਇੱਥੇ ਆਏਗਾ ਤਾਂ ਇਹ ਕੀ ਕਰੇਗਾ, ਇਹਨੂੰ ਰੋਕ ਦੇਗਾ ਟਾਈਮਰ ਨੂੰ। ਤਾਂ ਆਪਾਂ ਨੂੰ ਕੀ ਮਿਲ ਜਾਏਗਾ, ਇੱਥੋਂ ਲੈ ਕੇ ਇੱਥੋਂ ਤੱਕ ਚੱਲਣ ਦੇ ਵਿੱਚ ਕਿੰਨਾ ਸਮਾਂ ਲੱਗਾ। ਹੁਣ ਮੈਂ ਤੁਹਾਨੂੰ ਦੱਸਦਾ, ਇਹ ਵਾਲੀ ਪੋਜੀਸ਼ਨ ਤੋਂ ਲੈ ਕੇ ਇੱਥੋਂ ਤੱਕ ਇਹ ਟੋਟਲ ਜਿਹੜਾ ਹੈ 100 ਸੈਂਟੀਮੀਟਰ ਹੈ। ਕਿੰਨੇ ਸੈਂਟੀਮੀਟਰ ਹੈ? 100। ਤਾਂ ਇਹ 100 ਸੈਂਟੀਮੀਟਰ ਜਿਹੜਾ ਹੈ ਆਪਾਂ ਦੇਖਣਾ ਹੈ ਕਿ ਕਿੰਨੀ ਦੇਰ ਚ ਕਵਰ ਹੁੰਦਾ ਹੈ। ਰਾਈਟ, ਤਾਂ ਕਰੀਏ ਸ਼ੁਰੂ। ਵੇਗ ਦਾ ਫਾਰਮੂਲਾ ਕੀ ਹੁੰਦਾ ਹੈ? ਵੇਗ ਦਾ ਫਾਰਮੂਲਾ ਹੈ ਡਿਸਪਲੇਸਮੈਂਟ ਬਟਾ ਟਾਈਮ। ਤਾਂ ਡਿਸਪਲੇਸਮੈਂਟ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਤਾ ਕਿੰਨਾ ਹੈ, ਕਿੰਨਾ ਹੋਏਗਾ, ਇੱਥੋਂ ਇਨੀਸ਼ੀਅਲ ਪੁਆਇੰਟ ਤੋਂ ਲੈ ਕੇ ਫਾਈਨਲ ਪੁਆਇੰਟ ਤੱਕ ਟੋਟਲ ਕਿੰਨੇ ਦੂਰ ਨੇ ਇੱਕ ਦੂਜੇ ਤੋਂ, ਇਹ 100 ਸੈਂਟੀਮੀਟਰ। ਰਾਈਟ, ਸ਼ੁਰੂ ਕਰਦੇ ਹਾਂ ਕਿ ਸਮਾਂ ਕਿਵੇਂ ਕੱਢਣਾ ਹੈ। ਤਾਂ ਮੈਂ ਇਹਨੂੰ ਔਨ ਕਰ ਰਿਹਾ। ਹੁਣ ਤੁਸੀਂ ਦੇਖਣਾ ਕਿ ਜਿਵੇਂ ਹੀ ਇੱਥੋਂ ਕ੍ਰਾਸ ਕਰੇਗਾ ਨਾ, ਤੇ ਇਹਨੇ ਔਨ ਹੋ ਜਾਣਾ ਬੇਟਾ। ਇਹ ਰੁਕ ਗਿਆ ਨਾ। ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਸਮਾਂ ਹੈ, ਜਿਹੜਾ ਸਮਾਂ ਇਹ ਦਿਖ ਰਿਹਾ, ਸਮਾਂ ਕਿੰਨਾ ਆ ਰਿਹਾ ਹੈ ਇਹਦੇ ਤੇ, 1.446 ਸੈਕਿੰਡ। ਤਾਂ ਮੈਂ ਇਹਨੂੰ ਨੀਅਰਲੀ 1.5 ਸੈਕਿੰਡ ਲੈ ਲੈਣਾ, 1.5 ਸੈਕਿੰਡ। ਠੀਕ ਹੈ, ਤਾਂ ਆਪਾਂ ਕੀ ਕਰਦੇ ਹਾਂ, ਤੁਸੀਂ ਸਲਾਈਡ ਤੇ ਇੱਕ ਵਾਰ ਦੇਖੋ, ਫਿਰ ਮੈਂ ਤੁਹਾਨੂੰ ਕੈਲਕੂਲੇਟ ਕਰਕੇ ਦਿੰਦਾ ਕਿ ਵੇਗ ਕਿੰਨਾ ਆਇਆ ਹੋਊਗਾ। ਆਪਾਂ ਨੂੰ ਪਤਾ ਹੈ ਕਿ ਆਪਣੀ ਜਿਹੜੀ ਦੂਰੀ ਜਾਂ ਵਿਸਥਾਪਨ ਸੀ ਉਹ ਕਿੰਨਾ ਸੀਗਾ, 100 ਸੈਂਟੀਮੀਟਰ। ਤਾਂ ਫਿਰ ਵੇਗ ਦਾ ਫਾਰਮੂਲਾ ਕੀ ਆਏਗਾ, ਹੁਣ ਆਪਣਾ ਜਿਹੜਾ ਸਮਾਂ ਲੱਗਾ ਬੇਟਾ, ਉਹ ਲੱਗਾ ਹੋਇਆ ਹੈ 1.5 ਸੈਕਿੰਡ ਅਪਰੋਕਸੀਮੇਟਲੀ। ਤਾਂ ਜਿਹੜਾ, ਲਓ ਆਪਾਂ ਇੱਥੇ ਭਰ ਦਈਏ ਪਹਿਲਾਂ, ਫਿਰ ਆਪਾਂ ਇਹਨੂੰ ਕੈਲਕੂਲੇਟ ਕਰ ਦਿੰਦੇ ਹਾਂ। ਤਾਂ 1.5 ਸੈਕਿੰਡ ਆ ਗਿਆ। ਤਾਂ ਹੁਣ ਮੈਂ ਜੇਕਰ 100 ਸੈਂਟੀਮੀਟਰ ਨੂੰ 1.5 ਸੈਕਿੰਡ ਨਾਲ ਡਿਵਾਈਡ ਕਰਾਂ ਤਾਂ ਆਨਸਰ ਆਉਂਦਾ ਹੈ 66.67। ਸੋ ਇਹਦਾ ਮਤਲਬ ਇਹ ਹੋ ਗਿਆ 66.7 ਲਿਖ ਦਿੰਦੇ ਆਪਾਂ।